ਸਾਹਿਬ ਜੀਓ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਿਮਰਨ ਭਾਗ 15ਵਾਂ। ਸਿਰਲੇਖ ਹੈ ਸ਼ਬਦ ਸੁਰਤ ਲਿਵ ਸਾਧ ਸੰਗ, ਗੁਰ ਕਿਰਪਾ ਤੇ ਅੰਦਰ ਆਣੇ। ਅਕਾਲ ਪੁਰਖ ਨੇ ਆਦਿ ਤੋਂ ਹੀ ਇਨਸਾਨਾਂ ਨੂੰ ਆਤਮ ਜੀਵਨ ਸੇਧ ਦੇਣ ਲਈ ਗੁਰੂ, ਅਵਤਾਰ, ਪੀਰ, ਪੈਗੰਬਰ ਇਸ ਸੰਸਾਰ ਵਿੱਚ ਪਠਾਏ। ਉਹਨਾਂ ਤੋਂ ਮਗਰੋਂ ਸਮਾਂ ਪਾ ਕੇ ਸਹਿਜੇ ਸਹਿਜੇ ਉਹਨਾਂ ਦੇ ਦੈਵੀ ਉਪਦੇਸ਼ਾਂ ਵਿੱਚ ਰਲਾਵਟ ਤੇ ਤਬਦੀਲੀਆਂ ਹੁੰਦੀਆਂ ਗਈਆਂ। ਇਸ ਤਰ੍ਹਾਂ ਉਹਨਾਂ ਦੇ ਚਲਾਏ ਹੋਏ ਧਰਮਾਂ ਵਿੱਚੋਂ ਆਤਮ ਰਉ, ਆਤਮ ਕਲਾ ਅਥਵਾ ਨਾਮ ਅਲੋਪ ਹੁੰਦਾ ਗਿਆ ਅਤੇ ਬਾਹਰਮੁਖੀ ਧਾਰਮਿਕ ਕਰਮਕਾਂਡਾਂ ਦੇ ਛਿੱਲੜ ਹੀ ਰਹਿ ਗਏ। ਹਾਂਜੀ, ਸਮੇਂ-ਸਮੇਂ ਸਿਰ ਜਿਹੜੇ ਵੀ ਗੁਰੂ, ਅਵਤਾਰ, ਪੈਗੰਬਰ ਇਸ ਦੁਨੀਆ 'ਤੇ ਆਏ, ਜਿਹੜੇ ਉਹਨਾਂ ਨੇ ਆਤਮਿਕ ਉਪਦੇਸ਼ ਦਿੱਤੇ, ਉਹਨਾਂ ਤੋਂ ਪਿੱਛੋਂ ਸਮਾਂ ਪਾ ਕੇ ਸਹਿਜੇ ਸਹਿਜੇ ਉਹਨਾਂ ਦੇ ਆਤਮਿਕ ਉਪਦੇਸ਼ਾਂ ਵਿੱਚ ਰਲਾਵਟ ਅਥਵਾ ਤਬਦੀਲੀ ਹੁੰਦੀਆਂ ਗਈਆਂ। ਇਸ ਤਰ੍ਹਾਂ ਉਹਨਾਂ ਦੇ ਚਲਾਏ ਹੋਏ ਧਰਮਾਂ ਵਿੱਚੋਂ ਆਤਮ ਰਉ, ਆਤਮ ਕਲਾ ਅਥਵਾ ਨਾਮ ਇਹ ਅਲੋਪ ਹੁੰਦਾ ਗਿਆ ਅਤੇ ਬਾਹਰਮੁਖੀ ਧਾਰਮਿਕ ਕਰਮਕਾਂਡਾਂ ਦੇ ਛਿੱਲੜ ਹੀ ਰਹਿ ਗਏ। ਇਸ ਤਰ੍ਹਾਂ ਪਰਮਾਰਥ ਫੋਕਾ, ਰਸਹੀਣ ਤੇ ਰਸਮੀ ਸਾਧਨ ਹੀ ਬਣ ਕੇ ਰਹਿ ਗਿਆ। ਸੰਨਿਆਸੀ ਅਥਵਾ ਜੋਗੀ ਲੋਕ ਸੰਸਾਰ ਨੂੰ ਤਿਆਗ ਕੇ ਪਹਾੜਾਂ ਦੀਆਂ ਕੰਦਰਾਂ ਵਿੱਚ ਸਮਾਧੀਆਂ ਲਾ ਕੇ ਆਪੋ ਆਪਣੀ ਕਲਿਆਣ ਜਾਂ ਮੁਕਤੀ ਲਈ ਕਈ ਕਿਸਮ ਦੀਆਂ ਯੋਗ ਸਾਧਨਾਵਾਂ ਵਿੱਚ ਰੁੱਝੇ ਰਹੇ। ਗੋਰਖਨਾਥ ਅਤੇ ਮਛਿੰਦਰਨਾਥ ਵਰਗੇ ਟੀਸੇ ਦੇ ਜੋਗੀਆਂ ਨੂੰ ਸਹੀ ਆਤਮ ਸੇਧ ਦੇਣ ਲਈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਖੁਦ ਉਹਨਾਂ ਦੇ ਕੋਲ ਗਏ। ਉਹਨਾਂ ਨਾਲ ਜੋ ਵਿਚਾਰ ਜਾਂ ਗੋਸ਼ਟ ਹੋਈ, ਉਸ ਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇਉਂ ਬਿਆਨ ਕੀਤਾ ਹੈ। ਬਾਬਾ ਬੋਲੇ ਨਾਥ ਜੀ, ਸ਼ਬਦ ਸੁਨੋ ਸਚ ਮੁਖੋਂ ਅਲਾਈ, ਬਾਜੋ ਸੱਚੇ ਨਾਮ ਦੇ, ਹੋਰ ਕਰਾਮਾਤ ਅਸਾਂ ਤੇ ਨਾਹੀਂ, ਸਤ ਨਾਮ ਬਿਨ ਬਾਦਰ ਛਾਈ। ਗ੍ਰਸਤੀ ਕਿਰਤ ਕਰਕੇ ਆਪਣਾ ਟੱਬਰ ਪਾਲਦੇ ਅਤੇ ਇਹਨਾਂ ਜੋਗੀਆਂ ਅਤੇ ਧਰਮ ਪ੍ਰਚਾਰਕਾਂ ਨੂੰ ਵੀ ਪੁੰਨ ਦਾਨ ਕਰਦੇ ਸਨ। ਸਹਿਜੇ ਸਹਿਜੇ ਮਾਇਆ ਦੇ ਭਰਮ ਭੁਲੇਖਿਆਂ ਦੇ ਅਸਰ ਹੇਠ ਧਾਰਮਿਕ ਆਗੂਆਂ ਦੇ ਜੀਵਨ ਵਿੱਚੋਂ ਆਤਮ ਕਣੀ, ਆਤਮ ਰਸ ਅਥਵਾ ਨਾਮ ਦਾ ਪ੍ਰਕਾਸ਼ ਅਲੋਪ ਹੁੰਦਾ ਗਿਆ, ਜਿਸ ਕਾਰਨ ਇਹਨਾਂ ਦਾ ਪ੍ਰਚਾਰ ਵੀ ਫੋਕਾ, ਬਾਹਰਮੁਖੀ ਅਤੇ ਧਾਰਮਿਕ ਕਰਮਕਾਂਡਾਂ ਤਾਈਂ ਸੀਮਤ ਹੋ ਗਿਆ। ਪ੍ਰਚਾਰਕ ਵੀ ਜਿਹੜੇ ਸਨ, ਉਹਨਾਂ ਦੇ ਅੰਦਰੋਂ ਵੀ ਨਾਮ ਅਲੋਪ ਹੁੰਦਾ ਗਿਆ, ਨਾਮ ਦਾ ਪ੍ਰਕਾਸ਼ ਖਤਮ ਹੋ ਗਿਆ, ਜਿਸ ਕਾਰਨ ਉਹਨਾਂ ਦਾ ਪ੍ਰਚਾਰ ਵੀ ਫੋਕਾ, ਬਾਹਰਮੁਖੀ ਤੇ ਧਾਰਮਿਕ ਕਰਮਕਾਂਡਾਂ ਤਾਈਂ ਸੀਮਤ ਹੋ ਗਿਆ। ਸੋ ਜਦ ਸਾਡੇ ਧਾਰਮਿਕ ਆਗੂ ਹੀ ਮਾਇਆ ਵਿੱਚ ਗਲਤਾਨ ਹੋ ਗਏ ਤੇ ਆਤਮਿਕ ਜੀਵਨ ਸੇਧ ਨੂੰ ਭੁੱਲ ਗਏ, ਤਾਂ ਆਮ ਜਨਤਾ ਦਾ ਕੀ ਹਾਲ। ਮਾਇਆ ਐਸੀ ਮੋਹਨੀ ਭਾਈ, ਜੇ ਤੇ ਜੀ ਤੇ ਡਹਿਕਾਈ, ਮੋਹਨੀ ਮੋਹ ਲਈਏ ਤ੍ਰੈ ਗੁਨੀਆਂ, ਲੋਭ ਵਿਆਪੀ ਝੂਠੀ ਦੁਨੀਆ। ਇਨਸਾਨ ਦੀ ਐਸੀ ਨਿਗਰ ਦੀ ਅਦੋਗਤੀ ਵਿੱਚ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਿਆ ਤੇ ਧੁਰੋਂ ਆਈ ਬਾਣੀ ਦੁਆਰਾ ਜਗਤ ਨੂੰ ਮੁੜ ਸਹੀ ਆਤਮ ਜੀਵਨ ਸੇਧ ਬਖਸ਼ੀ। ਅੱਜ ਤੋਂ 500 ਸਾਲ ਪਹਿਲਾਂ ਦੀ ਜਗਤ ਦੀ ਗਿਲਾਨੀ ਨੂੰ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਇਉਂ ਦਰਸਾਇਆ ਹੈ। ਸ਼ਰਮ ਧਰਮ ਦੋਏ ਛਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ, ਸੰਗ ਨਾ ਚਾਲੇ ਤਿਨ ਸਿਉ ਹੀਤ, ਜੋ ਬਹਿਰਾਈ ਸੋਈ ਮੀਤ, ਐਸੇ ਭਰਮ ਭੁਲੇ ਸੰਸਾਰਾ, ਜਨਮ ਪਦਾਰਥ ਖੋਏ ਗਵਾਰਾ। 10ਵੇਂ ਪਾਤਸ਼ਾਹ ਨੇ ਵੀ 10 ਸਵਈਆਂ ਵਿੱਚ ਸਾਡੀ ਧਾਰਮਿਕ ਗਿਲਾਨੀ ਨੂੰ ਇਉਂ ਦਰਸਾਇਆ ਹੈ। ਕੋ ਬੁਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਤਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸੰਨਿਆਸੀਆਂ ਤੇ ਜੋਗੀਆਂ ਨੂੰ ਵੀ ਸਤਿਗੁਰਾਂ ਨੇ ਤ੍ਰੈਗੁਣੀ ਕਰਮਕਾਂਡਾਂ ਤੋਂ ਉੱਪਰ ਉੱਠਣ ਲਈ ਆਤਮਿਕ ਉਪਦੇਸ਼ ਦਿੱਤੇ। ਜੋਗ ਨਾ ਖਿੰਤਾ, ਜੋਗ ਨਾ ਡੰਡੇ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਡ ਮੁੰਡਾਈਐ,
जोग न सिंगी वाइए। अंजन माहे निरंजन रहिए, जोग जुगत इं पाइए। रे मन एह बिद जोग कमावो, सिंगी साच अकपट कंठ ला ध्यान विपूत चढ़ावो। गुरसिख जोगी जाग दे, माया अंदर करन उदासी। कन्नी मुंदरा मंत्र गुर, संता धूड़ विपूत लासी। खिमा खिंता खिमा हंडावणी, प्रेम पतर पौ भगत विलासी। शब्द सुरत सिंगी वजै, डंडा ज्ञान ध्यान गुरदासी। जोग न भगवी कपड़े, जोग न मैले वेश। नानक घर बैठिया जोग पाइए, सतगुर कै उपदेश। उपर दसे गए उपदेश विच जोगियां नूं साफ लफ्ज़ां में दस्या गया है कि गृहस्थ विच रहिंदियां होइयां भी, साध संगत विच सिमरन करदियां गुरु दी किरपा द्वारा जोग कमाया जा सकदा है। पर जे सानू सही आत्मक जीवन सेध दी सोझी हो जाए। हाँ जी, गृहस्थ विच रहिंदियां भी जोग कमाया जा सकदा है। वो किवें? जे सानू सही आत्मक जीवन सेध दी सोझी हो जाए तां साध संगत विच सिमरन करदियां गुरु दी किरपा द्वारा ये जोग कमाया जा सकदा है। साडे धर्म प्रचारकां ते अखौती धार्मिक आगुआं नूं भी गुरबाणी विच इउं ताड़ना कीती गई। उपदेश करै आप न कमावै, तत् शब्द न पछानै। कबीर अवरे को उपदेश ते, मुख में पर हैं रेत। रास बिरानी राखते, खाया कर का खेत। आप न बूझै, लोक बुझावै। आप न बूझै, लोक बुझावै, पांडे खरा सियाणा। इस तरह बाहरले फोके ते दिखावे दे कर्म कांडां जां हठ जोग दे साधना तो उपर उठ के गुरु साहिबान ने गृहस्थियां लई परमारथ दा मार्ग बहुत सौखा कर दिता है। जत संजम तीरथ ओना जुगां का धर्म है, कल में कीरत हर नामा। सर्व धर्म में श्रेष्ठ धर्म, हर को नाम जप निर्मल कर्म। रे मन ओट लियो हर नामा, जाके सिमरन दुर्मत नासै, पावै पद निर्वाणा। हर हर नाम जपो मन मेरे, जित सदा सुख होवै दिन राती। हर हर नाम जपो मन मेरे, जित सिमरत सब किल विख पाप लहाती। किरत विरत कर धर्म दी, हाथों दे कै भला मनावे। नामा कहे तिलोचना, मुख ते राम समाल। हाथ पांव कर काम सब, चीत निरंजन नाल। सो 10वें पातशाह ने वख वख वर्ना दे जगियासुआं नूं खंडे बाटे दा अंम੍ਰਿਤ छका के उन्हां नूं खालसा पंथ दे एक वरन विच तब्दील कर दिता। जगियासुआं दे बेअंत वरना धर्मा फिरकियां ते भेखां लई परमारथ दा संखेप सौखा ते सर्ब सांझा उपदेश गुरबाणी राहीं सानू प्रदान कीता। ये उपदेश की है? पहला है कर साध संगत ते दूसरा सिमर माधो। गुरबाणी दे ये उपदेश यानी सत्संगत करनी अते सिमरन करना, ये उपदेश हर एक वरन जां भेख दे जगियासुआं अथवा जोगियां सन्यासियां प्रचारकां गृहस्थियां आदि लई सांझे हैं। ये जिहड़ा उपदेश है साध संगत करनी अते सिमरन करना, यह सर्व सांझा उपदेश है। गृहस्थियां लई भी यही उपदेश, प्रचारकां लई भी यही उपदेश, जोगियां सन्यासियां लई भी यह उपदेश। मिल साध संगत भज केवल नाम, कर साध संगत सिमर माधो, होए पतत पुनीत। हर कीरत साध संगत है, सिर कर मन के कर्म। अमृत हर का नाम, साध संग राविय जियो। प्रभ का सिमरन साध कै संग, सर्व निधान नानक हर रंग। सो सतगुरां ने खंडे बाटे दा अंम੍ਰਿਤ छका के सारे वर्णां नूं एक वरन विच तब्दील कर दिता, सारे जात भेद मिटा दिते ते सर्व सांझा उपदेश दे के हर तरह का वितकरा खत्म कर दिता।
ਪਰ ਜਦ ਸਾਡਾ ਸਾਰਿਆਂ ਦਾ ਸਾਂਝਾ ਪਰਮੇਸ਼ਰ ਇੱਕ ਹੈ, ਸਾਡਾ ਗੁਰੂ ਇੱਕ ਹੈ, ਸਾਡੀ ਬਾਣੀ ਇੱਕ ਹੈ, ਸਾਡਾ ਪਰਮਾਰਥ ਇੱਕ ਹੈ ਸਾਰਿਆਂ ਦਾ, ਸਾਡੀ ਉਪਾਸ਼ਨਾ ਇੱਕ ਹੈ, ਸਾਡੀ ਵਰਨ ਇੱਕ ਹੈ, ਸਾਡੀ ਜੀਵਨ ਸੇਧ ਇੱਕ ਹੈ, ਜਦ ਸਾਡੀ ਸਾਰਿਆਂ ਦੀ ਜੀਵਨ ਮੰਜ਼ਲ ਇੱਕ ਹੈ, ਤਾਂ ਇਹ ਵਿਤਕਰਾ, ਵਾਦ ਵਿਵਾਦ, ਈਰਖਾ ਦਵੈਤ, ਨਫ਼ਰਤ, ਸਾੜਾ, ਵੈਰ ਵਿਰੋਧ, ਲੜਾਈਆਂ, ਝਗੜੇ, ਲੁੱਟ ਖਸੁੱਟ, ਅਤਿਆਚਾਰ, ਇਹ ਮਰਨ ਮਾਰਨ ਕਿਉਂ? ਇਸ ਦਾ ਕਾਰਨ ਇਹ ਹੈ ਕਿ ਭਾਵੇਂ ਅਸੀਂ ਗੁਰਬਾਣੀ ਨੂੰ ਆਪਣਾ ਇਸ਼ਟ ਜਾਂ ਜੀਵਨ ਸੇਧ ਮੰਨਦੇ ਹਾਂ, ਪਰ ਸਾਡਾ ਅਮਲੀ ਜੀਵਨ ਨਿਰੋਲ ਬਾਰਮੁਖੀ ਹੈ, ਜੋ ਗੁਰਬਾਣੀ ਦੇ ਉਪਦੇਸ਼ਾਂ ਤੋਂ ਐਨ ਉਲਟ ਹੈ। ਹਾਂਜੀ, ਜਦ ਸਾਡਾ ਗੁਰੂ ਇੱਕ ਹੈ, ਸਾਡਾ ਉਪਦੇਸ਼ ਇੱਕ ਹੈ, ਸਾਡਾ ਵਰਨ ਇੱਕ ਬਣਾ ਦਿੱਤਾ ਸਤਿਗੁਰਾਂ ਨੇ, ਸਾਡਾ ਪਰਮਾਰਥ ਇੱਕ ਹੈ, ਤਾਂ ਜੇ ਇਸ ਦੇ ਬਾਵਜੂਦ ਵੀ ਸਾਡੇ ਮਨਾਂ ਵਿੱਚ ਇੱਕ ਦੂਜੇ ਦੇ ਪ੍ਰਤੀ ਕੋਈ ਫਰਕ ਹੈ, ਕੋਈ ਰੋਸ ਹੈ, ਮਨ ਮੁਟਾਵ ਹੈ, ਤਾਂ ਇਸ ਗੱਲ ਦਾ ਇਹ ਸਬੂਤ ਹੈ ਕਿ ਅਸੀਂ ਗੁਰਬਾਣੀ ਨੂੰ ਜੀਵਨ ਸੇਧ ਤਾਂ ਮੰਨਦੇ ਹਾਂ, ਪਰ ਪ੍ਰੈਕਟੀਕਲ ਗੁਰਬਾਣੀ ਅਨੁਸਾਰ ਸਾਡਾ ਜੀਵਨ ਨਹੀਂ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਸੋ ਜੇ ਕੋਈ ਜਗਿਆਸੂ ਪਰਮਾਰਥ ਵੱਲ ਮੂੰਹ ਕਰਦਾ ਵੀ ਹੈ, ਤਾਂ ਓਪਰੇ ਜੇ ਮਨ ਨਾਲ ਠਾਠਾ ਬਾਗਾ ਹੀ ਹੁੰਦਾ ਹੈ, ਅਤੇ ਸਹੀ ਆਤਮਿਕ ਅਗਵਾਈ ਨਾ ਮਿਲਣ ਕਰਕੇ ਬਾਹਰਮੁਖੀ ਕਰਮਕਾਂਡਾਂ ਵਿੱਚ ਫਸਿਆ ਆਪਣਾ ਅਮੋਲਕ ਜੀਵਨ ਅਜਾਈਂ ਗਵਾ ਲੈਂਦਾ ਹੈ। ਪਿੱਛੇ ਅਸੀਂ ਪੜ੍ਹਿਆ ਕਿ ਗ੍ਰਸਥ ਵਿੱਚ ਰਹਿੰਦਿਆਂ ਵੀ ਜੋ ਕਮਾਇਆ ਜਾ ਸਕਦਾ ਹੈ, ਸਾਧ ਸੰਗਤ ਵਿੱਚ ਸਿਮਰਨ ਕਰਕੇ ਗੁਰੂ ਦੀ ਕਿਰਪਾ ਦੁਆਰਾ। ਪਰ ਇੱਕ ਨੁਕਤਾ ਹੋਰ ਨਾਲ ਲਿਖਿਆ, ਜੇ ਸਾਨੂੰ ਸਹੀ ਆਤਮਿਕ ਜੀਵਨ ਸੇਧ ਦੀ ਸੋਝੀ ਪ੍ਰਾਪਤ ਹੋ ਜਾਵੇ। ਸੋ ਸਹੀ ਜੀਵਨ ਸੇਧ ਦੀ ਅਗਵਾਈ ਨਾ ਮਿਲਣ ਕਰਕੇ ਜਿਹੜੇ ਜਗਿਆਸੂ ਪਰਮਾਰਥ ਵੱਲ ਮੂੰਹ ਕਰਦੇ ਵੀ ਹਨ, ਤਾਂ ਉਹ ਬਾਹਰਮੁਖੀ ਕਰਮਕਾਂਡਾਂ ਵਿੱਚ ਫਸ ਕੇ ਆਪਣਾ ਮੋਲਕ ਜੀਵਨ ਅਜਾਈਂ ਗਵਾ ਲੈਂਦੇ ਹਨ। ਭਾਵੇਂ ਗੁਰਬਾਣੀ ਵਿੱਚ ਸਪਸ਼ਟ ਤੌਰ ਤੇ ਅੰਤਰਮੁਖੀ ਜੀਵਨ ਦੇ ਬੇਅੰਤ ਉਪਦੇਸ਼ ਦਿੱਤੇ ਗਏ ਹਨ, ਪਰ ਅਸੀਂ ਇਸ ਅੰਤਰਮੁਖੀ ਸਿਮਰਨ ਜੀਵਨ ਵੱਲ ਧਿਆਨ ਹੀ ਨਹੀਂ ਦਿੰਦੇ ਤੇ ਨਾ ਹੀ ਇਸ ਦੀ ਲੋੜ ਪਾਸਦੀ ਹੈ। ਹਾਂਜੀ, ਅਸਲੀ ਕੰਮ ਫਿਰ ਦੁਹਰਾ ਦਈਏ ਕਿ ਭਾਵੇਂ ਗੁਰਬਾਣੀ ਵਿੱਚ ਸਪਸ਼ਟ ਤੌਰ ਤੇ ਅੰਤਰਮੁਖੀ ਜੀਵਨ ਦੇ ਬੇਅੰਤ ਉਪਦੇਸ਼ ਦਿੱਤੇ ਗਏ ਹਨ, ਪਰ ਅਸੀਂ ਇਸ ਅੰਤਰਮੁਖੀ ਸਿਮਰਨ ਜੀਵਨ ਵੱਲ ਧਿਆਨ ਹੀ ਨਹੀਂ ਦਿੰਦੇ ਤੇ ਨਾ ਹੀ ਇਸ ਦੀ ਲੋੜ ਪਾਸਦੀ ਹੈ। ਇਹ ਅੰਤਰਮੁਖੀ ਸਿਮਰਨ ਜੀਵਨ ਔਖਾ ਜ਼ਰੂਰ ਹੈ, ਪਰ ਗੁਰਮਤਿ ਅਨੁਸਾਰ ਇਹ ਪਰਮਾਰਥ ਦਾ ਤੱਤ ਸਾਰ ਹੈ। ਹਾਂਜੀ, ਪਰਮਾਰਥ ਦਾ ਤੱਤ ਅੰਤਰਮੁਖੀ ਸਿਮਰਨ ਜੀਵਨ, ਇਹ ਉਲਟੀ ਖੇਲ ਪਿਰਮ ਕੀ ਹੈ। ਇਹੀ ਗੁਰਮਤਿ ਗਾੜੀ ਰਾਹ ਹੈ, ਅੰਤਰਮੁਖੀ ਸਿਮਰਨ ਜੀਵਨ। ਪਰ ਗੁਰਬਾਣੀ ਦਾ ਬੇਅੰਤ ਪਾਠ, ਕੀਰਤਨ, ਕਥਾ ਵਾਰਤਾ ਕਰਦਿਆਂ ਸੁਣਦਿਆਂ ਹੋਇਆਂ ਵੀ ਅਸੀਂ ਇਸ ਦੇ ਤੱਤ ਸਾਰ, ਅਨੁਭਵੀ ਤੱਤ ਸ਼ਬਦ, ਅੰਤਰਮੁਖੀ ਸੂਖਮ ਸੁਰਤ ਅਤੇ ਸ਼ਬਦ ਸੁਰਤ ਦੇ ਮੇਲ ਨੂੰ ਸਮਝਣ, ਬੁੱਝਣ, ਚੀਨਣ, ਮਾਨਣ ਤੋਂ ਅਸਮਰੱਥ ਹਾਂ। ਮਾਇਕੀ ਜੀਵਨ ਦੇ ਉਲਟ ਆਤਮਿਕ ਜੀਵਨ ਦੀ ਸ਼ਬਦ ਸੁਰਤ ਦੀ ਉਲਟੀ ਪਿਰਮ ਖੇਲ ਨੂੰ ਕੋਈ ਵਿਰਲਾ ਹੀ ਅਨੁਭਵ ਕਰਦਾ, ਕਮਾਉਂਦਾ ਤੇ ਮਾਣਦਾ ਹੈ। ਹਾਂਜੀ, ਪਰਮਾਰਥ ਤਾਂ ਬੇਅੰਤ ਖਲਕਤ ਕਮਾਉਂਦੀ ਹੈ, ਪਰ ਮਾਇਕੀ ਜੀਵਨ ਦੇ ਉਲਟ ਆਤਮਿਕ ਜੀਵਨ ਦੀ ਸ਼ਬਦ ਸੁਰਤ ਦੀ ਉਲਟੀ ਪਿਰਮ ਖੇਲ ਨੂੰ ਕੋਈ ਵਿਰਲਾ ਹੀ ਅਨੁਭਵ ਕਰਦਾ, ਕਮਾਉਂਦਾ ਤੇ ਮਾਣਦਾ ਹੈ। ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰਨ ਦੇ। ਰਾਗਨਾਦ ਸਭ ਕੋ ਸੁਣੇ। ਹਾਂਜੀ, ਰਾਗਨਾਦ ਸਭ ਕੋ ਸੁਣੇ, ਪਰ ਸ਼ਬਦ ਸੁਰਤ ਸਮਝੈ ਵਿਰਲੋਈ। ਐਸੇ ਸ਼ਬਦ ਸੁਰਤ ਵਾਲੇ ਗੁਰਮੁਖ ਜਨ ਇਸ ਮਾਇਕੀ ਅਗਨ ਸ਼ੋਕ ਸਾਗਰ ਵਿੱਚ ਵਿਚਰਦਿਆਂ ਵੀ ਕਮਲ ਦੇ ਫੁੱਲ ਵਾਂਗ ਨਿਰਲੇਪ ਰਹਿੰਦੇ ਹਨ। ਅਸਲ ਵਿੱਚ ਕਾਇਨਾਤ ਦੇ ਦੋ ਵਿਲੱਖਣ ਮੰਡਲ ਹਨ, ਇੱਕ ਹਉਮੈ ਵੇੜਿਆ ਮਾਇਕੀ ਮੰਡਲ ਹੈ ਤੇ ਦੂਸਰਾ ਸ਼ਬਦ ਜਾਂ ਨਾਮ ਦਾ ਆਤਮ ਮੰਡਲ ਹੈ। ਮਾਇਕੀ ਮੰਡਲ ਤੋਂ ਆਤਮ ਮੰਡਲ ਵੱਲ ਜਾਣ ਲਈ ਸੁਰਤ ਨਾਲ ਗੁਰਸ਼ਬਦ ਦੀ ਕਮਾਈ ਅਥਵਾ ਸਿਮਰਨ ਹੀ ਇੱਕੋ ਇੱਕ ਸਾਧਨ ਹੈ। ਹਾਂਜੀ, ਮਾਇਕੀ ਮੰਡਲ ਤੋਂ ਆਤਮਿਕ ਮੰਡਲ ਵੱਲ ਜਾਣ ਲਈ ਸੁਰਤ ਨਾਲ ਸਿਮਰਨ ਕਰਨਾ ਹੀ ਇੱਕੋ ਇੱਕ ਸਾਧਨ ਹੈ। ਸ਼ਬਦੇ ਹੀ ਨਾਉ ਉਪਜੈ,
शब्दे मेल मिलाया। एनी अखी नदर न आवई जिचर शब्द न करे विचार। साहिब मेरा सदा है दिसै शब्द कमाए। हाँ जी, साहिब मेरा सदा है दिसै शब्द कमाए। शब्द रते तिना सोजी पई दूजे परम पुलाए। शब्द सुरत लिवलीन होए निरंकार सचखंड निवासी। पर शब्द की बाबत भी आम जग्यासुआं विच भुलेखा पिया होया है। इन्हां भुलेखिਆਂ ਨੂੰ दूर करन लई शब्द के सिरलेख हेठ गुरबाणी विचार के 9 लेख 58 नंबर तो लैके 66 तक लिखे जा चुके हैं, जिन्हां ਨੂੰ पढ़न की सिफारिश की जाती है। पर संखेप तौर पर इस विचार ਨੂੰ ਇਉਂ दर्शाया जाता है कि शब्द के 2 स्वरूप हैं। एक अखरी स्वरूप है जो लिखण ते बोलण विच आउंदा है, जिवें कि गुरबाणी, भगत बाणी आदि। दूसरा अखरहीन शब्द अथवा नाम है जो सिर्फ अनुभव द्वारा ही बुझिया, सीजिया, पहचानिया जा सकता है। साड़ी अलग बुद्धि इस अनुभवी सूक्ष्म शब्द नूं पकड़ नहीं सकती। हाँ जी, सूक्ष्म शब्द नाम इसनूं साड़ी अलग बुद्धि नहीं पकड़ सकती। हाँ, शब्द दे अखरी स्वरूप अथवा गुरबाणी नूं बुद्धि नाल पढ़िया, लिखिया, गाया, समझिया ते विचारिया जा सकता है। ये अखरहीन तत् शब्द सिर्फ अंतर्मुखी अनुभव द्वारा ही बुझिया, चीनिया, सुनिया, विचारिया, कमाया ते माणिया जा सकता है। अंतर आत्मे अनुभव द्वारा ही शब्द सुरत का मेल हो सकता है। इत्थे साड़ी तीखण बुद्धि दियां उक्तियां जुक्तियां जां फिलासफियां दी कोई पहुँच नहीं। जितनी तीखण बुद्धि होवे, भावें जितना गहरा फिलासफी साढ़े कोल होवे, इस अनुभवी तत् शब्द नूं अनुभव नहीं कर सकती। इसनूं तां सिर्फ अंतर आत्मे अनुभव द्वारा माणिया जा सकता है। पुराने जमाने विच पंडित लोग काशी जाके वेद शास्त्र आदि दियां पढ़ाइयां करके धर्म दियां डूंघियां फिलासफियां सीखते सन ते दिमागी उक्तियां जुक्तियां नाल तीखण बुद्धि दे सिंह अड़ावणे इन्हां दा शुगल बनिया होया सी। वो इसलिए नहीं सी फिलासफी सीखते कि अपने जीवन नूं संसार ढालण, पर कि डूंघियां फिलासफियां वेद शास्त्रां दियां सीख के एक दूजे नाल सिंह अड़ाउंदे सन, खैंदे रहंदे सन, फलसफे दे अखाड़े विच जित प्राप्त करन लई, जिस नाल इन्हां दी हौमे नूं पट्ठे पैंदे सन। गुरबाणी विच इस विषय संबंधी इउं बयान किया गया है। पाठ पढ़ियो और वेद विचारियो, निवल पोयंगम सादे, पंच जनास्यों संग न छुटक्यो, अदक अहंग बुध बादे, प्यारे इन बिद मिलन न जाई, मैं किए कर्म अनेका। हार परियो स्वामी के द्वारे, दीजय बुध विवेका। पढ़े सुने क्या होई, जो सहज न मिलियो सोई। वेद पढ़े हर नाम न बूझै, माया कारण पढ़ पढ़ लूझै, अंतर मैल अज्ञानी अंधा, क्यों कर दुतर तरीजै है। भावें उपर लिखियां बाणी दियां पंक्तियां पंडितां नूं संबोधित कीतियां गईयां हन, पर यह उपदेश सारियां धार्मिक श्रेणियां उत्ते लागू होंदे हन। हाँ जी, जिहड़े भी आपो अपने धर्म दियां रचनावां नूं पढ़दे हन, सिर्फ दिमागी ज्ञान इकट्ठा करन लई या बहस मुबाहिसे लई उन्हां लई ये पंक्तियां ढुकदियां हन। पढ़े सुने क्या होई, जो सहज न मिलियो सोई। सो बिजली दे करंट दा दिमागी जां किताबी ज्ञान ये होर गल है, पर इस दे करंट दी छो जां झटके दा निजी तजर्बा ये बिल्कुल होरवें ते विलक्षण है। इसे तरह परमार्थ की बाबत दिमागी ज्ञान कोटना ये होर गल है, पर अंतर आत्मे आत्म रौं, आत्मक रुण चुण, अनहद धुनी, आत्म रंग, आत्म रस, प्रेम स्वैपना ते नाम दा निजी तजर्बा मानना ये तां अलौकिक प्रेमा भगती दी खेल है। हाँ जी, परमार्थ की बाबत दिमागी ज्ञान कोटना ये होर गल है, पर अंतर आत्मे आत्म रों, आत्म रस,
ਪ੍ਰੇਮ ਸਵੈਪਨਾ ਜਾਂ ਨਾਮ ਦਾ ਨਿੱਜੀ ਤਜਰਬਾ ਮਾਨਣਾ, ਇਹ ਤਾਂ ਅਲੌਕਿਕ ਪ੍ਰੇਮਾ ਭਗਤੀ ਦੀ ਖੇਲ ਹੈ ਜੋ ਕਿਸੇ ਵਿਰਲੇ ਜਗਿਆਸੂ ਨੂੰ ਗੁਰੂ ਦੀ ਕਿਰਪਾ ਦੁਆਰਾ ਸਾਧ ਸੰਗਤ ਵਿੱਚ ਸਿਮਰਨ ਕਰਦਿਆਂ ਪ੍ਰਾਪਤ ਹੁੰਦੀ ਹੈ। ਤਜਰਬੇ ਵਾਲੀ ਅਵਸਥਾ ਕਿਸੇ ਵਿਰਲੇ ਜਗਿਆਸੂ ਨੂੰ ਗੁਰੂ ਦੀ ਕਿਰਪਾ ਦੁਆਰਾ ਸਾਧ ਸੰਗਤ ਵਿੱਚ ਸਿਮਰਨ ਕਰਦਿਆਂ ਪ੍ਰਾਪਤ ਹੁੰਦੀ ਹੈ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋ ਬੇਲੀ। ਅਕਥ ਕਹਾਣੀ ਪਦ ਨਿਰਮਾਣੀ, ਕੋ ਵਿਰਲਾ ਗੁਰਮੁਖ ਬੂਝੈ। ਗੁਰਮੁਖ ਵਿਰਲਾ ਕੋਈ ਬੂਝੈ, ਸ਼ਬਦੇ ਰਿਹਾ ਸਮਾਈ। ਸੋ ਬਾਰਮੁਖੀ ਦਿਮਾਗੀ ਗਿਆਨ ਦਾ ਸਰੋਤਿਆਂ ਉੱਤੇ ਓਪਰਾ ਜਿਹਾ ਅਸਰ ਹੁੰਦਾ ਹੈ, ਉਹ ਵੀ ਛੇਤੀ ਛਾਈ ਮਾਈ ਹੋ ਜਾਂਦਾ ਹੈ। ਹਾਂਜੀ, ਦਿਮਾਗੀ ਗਿਆਨ ਦਾ ਜੇ ਲਫ਼ਜ਼ਾਂ ਦਾ ਕਿਸੇ ਦੇ ਥੋੜ੍ਹਾ ਬਹੁਤ ਅਸਰ ਵੀ ਹੁੰਦਾ ਹੈ, ਥੋੜ੍ਹੇ ਚਿਰ ਲਈ ਹੁੰਦਾ ਹੈ, ਫਿਰ ਸਭ ਕੁਝ ਭੁੱਲ ਜਾਂਦਾ ਹੈ। ਕਿਉਂਕਿ ਐਸੇ ਫੋਕੇ ਦਿਮਾਗੀ ਗਿਆਨ ਦੇ ਪਿੱਛੇ ਆਤਮ ਜੀਵਨ ਦੀ ਆਤਮ ਕਲਾ ਨਹੀਂ ਹੁੰਦੀ। ਇਸ ਗੱਲ ਦਾ ਪੱਕਾ ਸਬੂਤ ਇਹ ਹੈ ਕਿ ਪੁਰਾਤਨ ਸਮੇਂ ਨਾਲੋਂ ਅੱਜ ਕੱਲ੍ਹ ਕਈ ਗੁਣਾ ਜ਼ਿਆਦਾ ਧਰਮ ਪ੍ਰਚਾਰ ਹੋ ਰਿਹਾ ਹੈ, ਪਰ ਫਿਰ ਵੀ ਸਾਡਾ ਮਾਨਸਿਕ ਤੇ ਧਾਰਮਿਕ ਜੀਵਨ ਨਿਗਰਦਾ ਜਾ ਰਿਹਾ ਹੈ। ਕਿਉਂ? ਕਿਤਨੇ ਗੁਣਾ ਜ਼ਿਆਦਾ ਪਿਛਲੇ ਜ਼ਮਾਨੇ ਨਾਲੋਂ ਅੱਜ ਕੱਲ੍ਹ ਪ੍ਰਚਾਰ ਹੋ ਰਿਹਾ ਹੈ, ਪਰ ਸਾਡਾ ਮਾਨਸਿਕ ਜੀਵਨ, ਆਤਮਿਕ ਧਾਰਮਿਕ ਜੀਵਨ ਇਹ ਬਿਲਕੁਲ ਨਿਗਰਦਾ ਜਾ ਰਿਹਾ। ਇਸ ਦਾ ਕਾਰਨ ਇਹ ਹੈ ਕਿ ਸਾਡੇ ਪ੍ਰਚਾਰ ਦੇ ਪਿੱਛੇ ਆਤਮਿਕ ਜੀਵਨ ਕਲਾ ਨਹੀਂ ਹੈ। ਆਤਮਿਕ ਕਲਾ ਜਾਂ ਆਤਮ ਜੀਵਨ ਨਾਮ ਦੀ ਕਲਾ ਨਹੀਂ ਹੈ। ਨਿਰੇ ਪੂਰੇ ਦਿਮਾਗੀ ਗਿਆਨ ਘੋਟਣ ਨਾਲ ਜਗਿਆਸੂਆਂ ਦੇ ਜੀਵਨ ਵਿੱਚ ਤਬਦੀਲੀ ਨਹੀਂ ਆ ਸਕਦੀ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ। ਖਾਂਡ ਖਾਂਡ ਕਹਿ ਜੇ ਬਾਨਾ ਸਵਾਦ ਆਵੇ, ਅਗਨ ਅਗਨ ਕਹਿ ਸੀਤ ਨਾ ਬਿਨਾਸ਼ ਹੈ। बैद बैद कह रोग मिटंत ना काहू को, दर्ब दर्ब कह कोई दर्ब ना बिलास है। चंदन चंदन कह प्रगटै न सुबास बास, चंद चंद कह उजियारो ना प्रगास है। तैसे ज्ञान गोष्ठ करत न रहत पावै, करणी प्रधान भान उदत आकाश है। दूजे पासे ਨਾਮ ਸਿਮਰਨ ਅਤੇ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਕੀਤੀ ਹੋਈ ਆਤਮ ਕਲਾ ਨਾਲ ਗੁਰਮੁਖਾਂ ਦੇ ਜੀਵਨ, ਖਿਆਲਾਂ, ਬਚਨਾਂ ਤੇ ਕਰਮਾਂ ਰਾਹੀਂ ਜੀਵਨ ਕਣੀ, ਆਤਮ ਕਲਾ, ਆਤਮ ਗਿਆਨ, ਆਤਮ ਪ੍ਰਕਾਸ਼, ਆਤਮ ਰਸ, ਆਤਮ ਰੰਗ ਤੇ ਨਾਮ ਦੀ ਰੌਂ ਪ੍ਰਜਵਲਿਤ ਹੁੰਦੀ ਹੈ, ਜੋ ਜੀਵ ਦੇ ਮਾਇਆ ਵੇੜੇ ਠੁੱਲੇ ਮਨ ਨੂੰ ਵਿੰਨ ਕੇ ਉਸ ਦੇ ਆਤਮ ਕਿੰਗਰਿਆਂ ਨੂੰ ਜਾ ਛੋਂਦੀ ਹੈ। ਇਸ ਤਰ੍ਹਾਂ ਆਤਮਿਕ ਜੀਵਨ ਛੋਹਣ ਨਾਲ ਜਗਿਆਸੂ ਦਾ ਮਾਇਆ ਵੇੜਿਆ ਮਨ ਫੌਰਨ ਬਦਲ ਜਾਂਦਾ ਹੈ ਤੇ ਆਤਮ ਪਰਾਇਣ ਹੋ ਜਾਂਦਾ ਹੈ। ਕਿੰਨਾ ਫਰਕ ਹੈ। ਇੱਕ ਪਾਸੇ ਅਸੀਂ ਦਿਮਾਗ ਨਾਲ ਬਹੁਤ ਕੁਝ ਸੁਣਾਉਂਦੇ ਹਾਂ, ਪਰ ਅਸਰ ਸਰੋਤਿਆਂ ਤੇ ਥੋੜ੍ਹਾ ਜਿਹਾ ਹੁੰਦਾ ਹੈ, ਛਾਈ ਮਾਈ ਹੋ ਜਾਂਦਾ ਹੈ, ਕਿਉਂਕਿ ਸਾਡੇ ਪ੍ਰਚਾਰ ਦੇ ਪਿੱਛੇ ਆਤਮਿਕ ਕਲਾ ਨਹੀਂ। ਪਰ ਗੁਰਮੁਖ ਜਨ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ, ਗੁਰੂ ਦੀ ਕਿਰਪਾ ਦੁਆਰਾ ਤੇ ਨਾਮ ਸਿਮਰਨ ਦੀ ਕਲਾ ਦੁਆਰਾ ਉਹਨਾਂ ਦੇ ਅੰਦਰ ਕੋਈ ਆਤਮਿਕ ਕਲਾ ਵਰਦੀ ਹੈ। ਇਹੋ ਜਿਹੇ ਗੁਰਮੁਖ ਜਨਾਂ ਦੇ ਅੰਦਰ, ਤੇ ਉਹਨਾਂ ਦੇ ਬਚਨਾਂ ਰਾਹੀਂ, ਉਹਨਾਂ ਦੇ ਖਿਆਲਾਂ ਰਾਹੀਂ, ਉਹਨਾਂ ਦੇ ਕਰਮਾਂ ਰਾਹੀਂ, ਉਹਨਾਂ ਦੇ ਜੀਵਨ ਰਾਹੀਂ ਕੋਈ ਜੀਵਨ ਕਣੀ, ਕੋਈ ਆਤਮ ਰਸ, ਕੋਈ ਆਤਮ ਰੰਗ, ਕੋਈ ਨਾਮ ਦੀ ਰੌਂ ਪ੍ਰਜਵਲਿਤ ਹੁੰਦੀ ਹੈ। ਇੱਕ ਔਰਾ ਉਹਨਾਂ ਦਾ ਬਣ ਜਾਂਦਾ ਹੈ, ਨਾਮ ਵਾਲਾ। ਤੇ ਜਦੋਂ ਮਾਇਆ ਵੇੜਿਆ ਜਗਿਆਸੂ ਉਹਨਾਂ ਦੇ ਔਰੇ ਵਿੱਚ ਸ਼ਾਮਲ ਹੁੰਦਾ ਹੈ, ਤਾਂ ਉਹ ਜਿਹੜੀਆਂ ਨਾਮ ਦੀ ਕਲਾ ਵਾਲੀਆਂ ਆਤਮਿਕ ਕਿਰਨਾਂ ਹਨ, ਉਹ ਮਾਇਆ ਵੇੜੇ ਜਗਿਆਸੂ ਦੇ ਮਨ ਨੂੰ ਵਿੰਨ ਕੇ ਉਹ ਕਿਰਨਾਂ ਉਹਨਾਂ ਦੀਆਂ ਆਤਮਾ ਨੂੰ ਜਾ ਛੋਂਦੀਆਂ ਹਨ। ਇਸ ਤਰ੍ਹਾਂ ਆਤਮਿਕ ਜੀਵਨ ਛੋਹ ਨਾਲ ਜਗਿਆਸੂ ਦਾ ਮਾਇਆ ਵੇੜਿਆ ਮਨ ਫੌਰਨ ਬਦਲ ਜਾਂਦਾ ਹੈ ਤੇ ਆਤਮ ਪਰਾਇਣ ਹੋ ਜਾਂਦਾ ਹੈ, ਤਬਦੀਲੀ ਸ਼ੁਰੂ ਹੋ ਜਾਂਦੀ ਹੈ। ਤਦੇ ਗੁਰਬਾਣੀ ਵਿੱਚ ਸਾਨੂੰ ਬਾਰ-ਬਾਰ ਸਾਧ ਸੰਗਤ ਵਿੱਚ ਸਿਮਰਨ ਕਰਨ ਦੀ ਪ੍ਰੇਰਨਾ ਕਰਦੀ ਹੈ, ਕਿਉਂਕਿ ਸਾਧ ਸੰਗਤ ਵਿੱਚ ਮਹਾਂਪੁਰਖਾਂ ਦੀਆਂ ਜਿਹੜੀਆਂ ਆਤਮਿਕ ਕਿਰਨਾਂ ਹੁੰਦੀਆਂ ਹਨ, ਉਹ ਮਾਇਆ ਵੇੜੇ ਸਾਡੇ ਮਨ ਨੂੰ ਚੀਰ ਕੇ ਸਾਡੀ ਆਤਮਾ ਨੂੰ ਉਹ ਕਿਰਨਾਂ ਜਾ ਛੋਂਦੀਆਂ ਹਨ ਤੇ ਸਾਡਾ ਜੀਵਨ ਬਦਲ ਸਕਦਾ ਹੈ। ਇਸੇ ਕਰਕੇ ਸਾਨੂੰ ਬਾਰ-ਬਾਰ ਸਾਧ ਸੰਗਤ ਵਿੱਚ ਸਿਮਰਨ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਮਨ ਤਨ ਪ੍ਰਭ ਆਰਾਧਿਐ, ਮਿਲ ਸਾਧ ਸਮਾਗੈ। प्रभ का सिमरन साध के संग,
ਸਰਬ ਨਿਧਾਨ ਨਾਨਕ ਹਰ ਰੰਗ। ਸਤਸੰਗਤ ਲਗ ਹਰ ਧਿਆਈ ਹੈ, ਹਰ ਹਰ ਚਲੇ ਤੇਰੇ ਨਾਲ। ਫੁੱਲ ਆਪਣੀ ਖੁਸ਼ਬੂ ਦੀ ਬਿਨ ਬੋਲੇ ਹੀ ਇਸ਼ਤਿਹਾਰਬਾਜ਼ੀ ਜਾਂ ਪ੍ਰਚਾਰ ਕਰ ਰਿਹਾ ਹੁੰਦਾ ਹੈ। ਫੁੱਲ ਨੂੰ ਕੋਈ ਲੋੜ ਨਹੀਂ ਕਿ ਇਸ਼ਤਿਹਾਰ ਕਰਨ ਦੀ ਕਿ ਮੇਰੇ ਕੋਲ ਖੁਸ਼ਬੂ ਹੈ, ਉਹ ਤਾਂ ਬਿਨ ਬੋਲੇ ਹੀ ਇਸ਼ਤਿਹਾਰਬਾਜ਼ੀ ਆਪਣਾ ਪ੍ਰਚਾਰ ਕਰ ਰਿਹਾ ਹੈ। ਇਸੇ ਤਰ੍ਹਾਂ ਗੁਰਮੁਖ ਜਨਾਂ ਦੇ ਦੈਵੀ ਜੀਵਨ ਦੁਆਰਾ ਆਤਮ ਰਸ, ਰੰਗ ਤੇ ਪ੍ਰੇਮ ਸਵੈਪਨਾ ਦਾ ਸਹਿਜ ਸੁਭਾਏ ਚੁੱਪ ਚੁਪੀਤੇ ਹੀ ਪ੍ਰਚਾਰ ਹੁੰਦਾ ਰਹਿੰਦਾ ਹੈ। ਉਹਨਾਂ ਦੇ ਬਸ ਔਰੇ ਵਿੱਚ ਸ਼ਾਮਲ ਹੋ, ਦੂਜੇ ਦੀ ਆਤਮਾ ਨੂੰ ਉਹ ਰਸ ਅਨੁਭਵ ਹੋ ਜਾਂਦਾ ਹੈ। ਗੁਰਮੁਖ ਕੋਟ ਉਧਾਰ ਦਾ ਭਾਈ, ਦੇ ਨਾਮ ਹੈ ਏਕ ਕਣੀ। ਸਾਧ ਕੇ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਐਸੇ ਗੁਰਮੁਖ ਜਨ ਆਪ ਜਪੈ ਅਵਰੈ ਨਾਮ ਜਪਾਵੇ ਦੇ ਹੁਕਮ ਨੂੰ ਸਹਿਜ ਸੁਭਾਏ ਅਣਜਾਣੇ ਹੀ ਕਮਾ ਰਹੇ ਹੁੰਦੇ ਹਨ। ਕਿਉਂਕਿ ਆਪ ਜਪ ਕੇ ਉਹਨਾਂ ਨੇ ਆਤਮਕ ਕਲਾ ਪ੍ਰਾਪਤ ਕੀਤੀ ਹੈ ਤੇ ਉਹਨਾਂ ਦੇ ਔਰੇ ਵਿੱਚ ਆ ਕੇ ਉਹ ਕਲਾ ਦੂਸਰਿਆਂ ਦੇ ਮਨ ਨੂੰ ਬਦਲ ਦਿੰਦੀ ਹੈ। ਇਹ ਆਪ ਅਵਰੈ ਨਾਮ ਜਪਾਓ ਦਾ ਉਪਦੇਸ਼ ਆਪਣੇ ਆਪ ਅਣਜਾਣੇ ਹੀ ਹੋ ਰਿਹਾ ਹੈ। ਸੋ ਨੇਤਰਹੀਣ ਮਨੁੱਖਾਂ ਦਾ ਹਾਥੀ ਦੀ ਸ਼ਕਲ ਸੂਰਤ ਬਾਬਤ ਅਨੁਭਵ ਉਹਨਾਂ ਦੀ ਅੱਡੋ ਅੱਡਰੀ ਛੋਹ ਤੋਂ ਪ੍ਰਾਪਤ ਹੋਏ ਗਿਆਨ ਤੇ ਆਧਾਰਿਤ ਹੁੰਦਾ ਹੈ। ਐਸਾ ਗਿਆਨ ਅਧੂਰਾ, ਅਪੂਰਨ ਤੇ ਗਲਤ ਹੋ ਸਕਦਾ ਹੈ। ਇਸੇ ਤਰ੍ਹਾਂ ਅਨੁਭਵੀ ਗਿਆਨ ਤੋਂ ਬਗੈਰ ਆਤਮ ਮੰਡਲ ਦੀ ਬਾਬਤ ਸਾਡੀ ਜਾਣਕਾਰੀ, ਵਿਚਾਰ, ਖਿਆਲ ਤੇ ਗਿਆਨ ਅਧੂਰਾ, ਅਪੂਰਨ, ਭੁਲੇਖਾ ਜਾਂ ਗਲਤ ਹੋ ਸਕਦਾ ਹੈ। ਹਾਂਜੀ, ਜਿਵੇਂ ਕੋਈ ਅੰਨਾ ਹਾਥੀ ਦੇ ਕੋਲ ਚਲਾ ਜਾਏ, ਉਹਨੇ ਦੇਖਿਆ ਤਾਂ ਨਹੀਂ ਹੁੰਦਾ, ਜਿਹੋ ਜਿਹਾ ਜਿਸ ਅੰਗ ਨੂੰ ਹੱਥ ਲਾਉਂਦਾ, ਜਿਹੋ ਜਿਹੀ ਕਲਪਨਾ ਕਰਦਾ, ਉਸ ਆਧਾਰ 'ਤੇ ਸਮਝਦਾ। ਜਿਹੜਾ ਉਹਦਾ ਕਿਆਸ ਹੈ, ਅੰਦਾਜ਼ਾ, ਉਹ ਗਲਤ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਆਪ ਆਤਮ ਮੰਡਲ ਨੂੰ ਅਨੁਭਵ ਕੀਤੇ ਬਗੈਰ ਆਤਮ ਮੰਡਲ ਦੇ ਬਾਬਤ ਜਿਹੜੀ ਸਾਡੀ ਜਾਣਕਾਰੀ ਹੈ, ਇਹ ਵਿਚਾਰ ਜਾਂ ਖਿਆਲ, ਇਹ ਕਲਪਨਾ ਸਾਡੀ, ਇਹ ਅਧੂਰੀ, ਅਪੂਰਨ, ਭੁਲੇਖਾ ਜਾਂ ਗਲਤ ਹੋ ਸਕਦਾ ਹੈ, ਜੋ ਕਈ ਪ੍ਰਕਾਰ ਦੇ ਵਾਦ ਵਿਵਾਦ, ਭੁਲੇਖੇ, ਵਿਤਕਰੇ, ਤਵੱਸਬ, ਲੜਾਈਆਂ, ਝਗੜੇ ਆਦਿ ਦਾ ਕਾਰਨ ਬਣਦਾ ਹੈ। ਅਫਸੋਸ ਦੀ ਗੱਲ ਹੈ ਕਿ ਜਿਸ ਧਰਮ ਨੇ ਸਾਨੂੰ ਮਿਲਵਰਤਨ, ਸੇਵਾ ਭਾਵਨੀ, ਆਪਾ ਵਾਰਨਾ ਤੇ ਪਿਆਰ ਕਰਨਾ ਸਿਖਾਉਣਾ ਸੀ, ਉਹੀ ਧਰਮ ਸਾਡੀ ਅਗਿਆਨਤਾ ਤੇ ਹਉਮੈ ਦੇ ਕਾਰਨ ਆਪਸ ਵਿੱਚ ਵੈਰ ਵਿਰੋਧ, ਈਰਖਾ ਦੁਐਤ, ਘਿਰਣਾ, ਸਾੜਾ, ਨਫ਼ਰਤ, ਲੜਾਈਆਂ ਤੇ ਜ਼ੁਲਮ ਦਾ ਕਾਰਨ ਬਣ ਰਿਹਾ ਹੈ। ਹਾਂਜੀ, ਜਿਸ ਧਰਮ ਨੇ ਸਾਨੂੰ ਮਿਲਵਰਤਨ ਸਿਖਾਉਣਾ ਸੀ, ਪਿਆਰ ਕਰਨਾ ਸਿਖਾਉਣਾ ਸੀ, ਸਾਡੀ ਅਗਿਆਨਤਾ ਤੇ ਸਾਡੀ ਹਉਮੈ ਦੇ ਕਾਰਨ ਆਪਸ ਵਿੱਚ ਹੀ ਲੜਾਈ ਝਗੜੇ ਦਾ ਉਹ ਬਣ ਗਿਆ ਹੈ। ਇਸ ਦਾ ਮੁੱਢਲਾ ਕਾਰਨ ਇਹ ਹੈ ਕਿ ਸਾਡਾ ਜਿਹੜਾ ਧਰਮ ਪ੍ਰਚਾਰ ਹੈ, ਇਹ ਫੋਕਾ, ਅਧੂਰਾ ਤੇ ਰਸਹੀਣ ਹੋ ਰਿਹਾ ਹੈ। ਮੁੱਢ ਕਾਰਨ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਨਾ ਆਉਣ ਦਾ ਇਹੀ ਹੈ ਕਿ ਜਿਹੜਾ ਸਾਡਾ ਧਰਮ ਪ੍ਰਚਾਰ ਹੈ, ਇਹ ਫੋਕਾ, ਅਧੂਰਾ ਤੇ ਰਸਹੀਣ ਹੋ ਰਿਹਾ ਹੈ। ਆਪ ਨਾ ਬੁਝੈ, ਲੋਕ ਬੁਝਾਵੇ, ਮਨ ਕਾ ਅੰਧਾ ਅੰਧ ਕਮਾਵੇ, ਦਰ ਕਰ ਮਹਿਲ ਠੌਰ ਕੈਸੇ ਪਾਵੇ। ਦੂਜੇ ਲਫ਼ਜ਼ਾਂ ਵਿੱਚ ਸਾਡੇ ਧਰਮ ਵਿੱਚੋਂ ਉਹ ਆਤਮ ਜੀਵਨ ਕਣੀ, ਉਹ ਸਿਮਰਨ ਦੀ ਕਮਾਈ, ਸ਼ਰਧਾ ਭਾਵਨੀ, ਉਹ ਪ੍ਰੇਮਾ ਭਗਤੀ, ਉਹ ਪਿਰਮ ਰਸ, ਉਹ ਪਿਰਮ ਰੰਗ ਤੇ ਨਾਮ ਦੀ ਰੌਂ ਅਲੋਪ ਹੋ ਰਹੀ ਹੈ। ਉਹ ਕਣੀ ਜਿਹੜੀ ਖਤਮ ਹੋ ਗਈ ਸੀ, ਜਿਸ ਕਾਰਨ ਗੁਰੂ ਨਾਨਕ ਪਾਤਸ਼ਾਹ ਨੇ ਅਵਤਾਰ ਧਾਰਿਆ ਤੇ ਸਾਨੂੰ ਕਰਮ ਕਾਂਡਾਂ ਵਿੱਚੋਂ ਕੱਢ ਕੇ ਮੁੜ ਉਹ ਆਤਮ ਕਣੀ ਬਖਸ਼ੀ। ਪਰ ਅੱਜ ਕੱਲ੍ਹ ਕੀ ਹੋ ਗਿਆ, ਫਿਰ ਸਾਡੇ ਧਰਮ ਵਿੱਚੋਂ ਉਹ ਆਤਮ ਜੀਵਨ ਕਣੀ, ਸਿਮਰਨ ਕਮਾਈ, ਉਹ ਸ਼ਰਧਾ ਭਾਵਨੀ, ਪ੍ਰੇਮਾ ਭਗਤੀ, ਉਹ ਪਿਰਮ ਰਸ, ਉਹ ਪਿਰਮ ਰੰਗ, ਉਹ ਨਾਮ ਦੀ ਰੌਂ ਅਲੋਪ ਹੋ ਰਹੀ ਹੈ। ਅਸੀਂ ਬਾਹਰਮੁਖੀ ਕਰਮਕਾਂਡਾਂ ਨੂੰ ਹੀ ਧਾਰਮਿਕ ਸਿਖਰ, ਪੂਰਨਤਾ ਅਥਵਾ ਮੰਜ਼ਲ ਸਮਝ ਕੇ ਗੁਰਬਾਣੀ ਦੇ ਅੰਤਰਮੁਖੀ ਗੁੱਜੇ ਭਾਵਾਂ, ਆਤਮ ਜੀਵਨ, ਸ਼ਬਦ ਕਮਾਈ, ਨਾਮ ਸਿਮਰਨ, ਪ੍ਰੇਮ ਸਵੈਪਨਾ ਤੋਂ ਅਣਜਾਣ, ਅਵੇਸਲੇ ਤੇ ਬੇਪਰਵਾਹ ਹੋ ਕੇ ਮੁੱਢਲੀ ਆਤਮ ਸੇਧ ਅਰਥਾਤ ਸਾਧ ਸੰਗਤ ਅਤੇ ਸਿਮਰਨ ਤੋਂ ਲਾਂਬੇ ਜਾ ਰਹੇ ਹਾਂ। ਨਾ ਸਾਡੇ ਕੋਲ ਸਾਧ ਸੰਗਤ ਕਰਨ ਦੀ ਫੁਰਸਤ ਹੈ ਤੇ ਸਿਮਰਨ ਨੂੰ ਤਾਂ ਬਿਲਕੁਲ ਭੁਲਾ ਬੈਠੇ ਹਾਂ। ਫਿਰ ਦੁਹਰਾ ਦਈਏ ਇਹਨਾਂ ਲਫ਼ਜ਼ਾਂ ਨੂੰ ਕਿਉਂਕਿ ਬਹੁਤ ਜ਼ਰੂਰੀ ਹਨ। ਅਸੀਂ ਬਾਹਰਮੁਖੀ ਕਰਮਕਾਂਡਾਂ ਨੂੰ ਹੀ ਧਾਰਮਿਕ ਸਿਖਰ, ਪੂਰਨਤਾ ਅਥਵਾ ਮੰਜ਼ਲ ਸਮਝ ਕੇ ਗੁਰਬਾਣੀ ਦੇ ਅੰਤਰਮੁਖੀ ਗੁੱਜੇ ਭਾਵਾਂ, ਆਤਮ ਜੀਵਨ,
ਸ਼ਬਦ ਕਮਾਈ, ਨਾਮ ਸਿਮਰਨ ਤੇ ਪ੍ਰੇਮ ਸਵੈਪਨਾ ਤੋਂ ਅਣਜਾਣ, ਅਵੇਸਲੇ ਤੇ ਬੇਪਰਵਾਹ ਹੋ ਕੇ ਮੁੱਢਲੀ ਆਤਮ ਸੇਧ ਅਰਥਾਤ ਸਾਧ ਸੰਗਤ ਅਤੇ ਨਾਮ ਸਿਮਰਨ ਤੋਂ ਲਾਂਭੇ ਜਾ ਰਹੇ ਹਨ। ਪੜੀਏ ਗੁਣੀਏ ਕਿਆ ਕਥੀਏ, ਜਾਂ ਮੁੰਡੋਂ ਕੁੱਥਾ ਜਾਏ। ਸੋ ਸੰਸਾਰ ਵਿੱਚ ਤਿੰਨ ਕਿਸਮ ਦੇ ਗਿਆਨ ਪ੍ਰਚਲਿਤ ਹਨ। ਇੱਕ ਮਾਇਕੀ ਗਿਆਨ, ਇੱਕ ਧਾਰਮਿਕ ਗਿਆਨ ਤੇ ਇੱਕ ਅਨੁਭਵੀ ਤਤ ਗਿਆਨ। ਸਾਰਾ ਸੰਸਾਰ ਇਸ ਮਾਇਕੀ ਗਿਆਨ ਵਿੱਚ ਹੀ ਉਲਝਿਆ ਹੋਇਆ ਹੈ। ਧਾਰਮਿਕ ਗਿਆਨ ਨੇ ਜਗਿਆਸੂਆਂ ਨੂੰ ਅਨੁਭਵੀ ਤਤ ਗਿਆਨ ਵੱਲ ਪ੍ਰੇਰਨਾ ਸੀ ਤੇ ਸਹੀ ਪਰਮਾਰਥ ਦੀ ਸੋਝੀ ਦੇਣੀ ਸੀ। ਇਸ ਲਈ ਰਚਿਆ ਗਿਆ ਸੀ ਧਾਰਮਿਕ ਗਿਆਨ ਕਿ ਸਾਨੂੰ ਅਨੁਭਵੀ ਤਤ ਗਿਆਨ ਵੱਲ ਪ੍ਰੇਰਨਾ ਦੇਵੇ, ਅਸੀਂ ਉਹ ਜੀ ਕਮਾਈ ਕਰੀਏ ਤੇ ਸਾਨੂੰ ਸਹੀ ਪਰਮਾਰਥ ਦੀ ਸੇਧ ਮਿਲੇ। ਪਰ ਇਸ ਦੇ ਐਨ ਉਲਟ ਧਾਰਮਿਕ ਗਿਆਨ ਵੀ ਮਾਇਕੀ ਗਿਆਨ ਦੇ ਪਰਾਇਣ ਹੋ ਗਿਆ ਹੈ, ਜਿਸ ਕਾਰਨ ਇਹ ਬਾਹਰਮੁਖੀ ਧਾਰਮਿਕ ਗਿਆਨ ਜਾਂ ਕੇਵਲ ਮਾਇਆ ਬਟੋਰਨ ਦਾ ਜ਼ਰੀਆ ਬਣ ਗਿਆ ਹੈ, ਜਾਂ ਭਲੇ ਭਲੇਰੇ ਬਣ ਕੇ ਹਉਮੈ ਨੂੰ ਪੱਠੇ ਪਾਏ ਜਾਂਦੇ ਹਨ, ਜਾਂ ਮਜ਼ਹਬੀ ਤਵੱਸਬ ਵਧਾਵਣ ਕਰਕੇ ਵਾਦ ਵਿਵਾਦ ਤੇ ਈਰਖਾ ਦਵੈਤ ਦਾ ਕਾਰਨ ਬਣਦਾ ਹੈ। ਹਾਂਜੀ, ਧਾਰਮਿਕ ਗਿਆਨ ਜਿਸ ਨੇ ਅਨੁਭਵੀ ਤਤ ਗਿਆਨ ਵੱਲ ਸਾਨੂੰ ਪ੍ਰੇਰਨਾ ਸੀ, ਇਹ ਧਾਰਮਿਕ ਗਿਆਨ ਵੀ ਮਾਇਕੀ ਗਿਆਨ ਦੇ ਪ੍ਰਾਇਣ ਹੋ ਗਿਆ ਹੈ, ਜਿਸ ਕਾਰਨ ਇਹ ਧਾਰਮਿਕ ਗਿਆਨ ਜਾਂ ਤਾਂ ਪੈਸੇ ਬਟੋਰਨ ਦਾ ਜ਼ਰੀਆ ਬਣ ਗਿਆ ਹੈ। ਜਨਤਾ ਦੀ ਟੇਸਟ ਅਨੁਸਾਰ ਅਸੀਂ ਉਹ ਜੇ ਉਪਦੇਸ਼ ਦਿੰਦੇ ਹਾਂ ਤਾਂ ਕਿ ਵੱਧ ਤੋਂ ਵੱਧ ਪੈਸੇ ਆਉਣ, ਜਾਂ ਫਿਰ ਭਲੇ ਭਲੇਰੇ ਬਣ ਕੇ ਆਪਣੀ ਹਉਮੈ ਨੂੰ ਪੱਠੇ ਪਾਏ ਜਾਂਦੇ ਹਨ, ਲੋਕਾਂ ਦੇ ਤਜਰਬੇ ਪੜ੍ਹ ਪੜ੍ਹ ਕੇ ਦੂਜਿਆਂ ਨੂੰ ਸੁਣਾ ਕੇ ਸਿਰਫ ਇਸ ਲਈ ਕਿ ਸਾਨੂੰ ਵਾਹ ਵਾਹ ਮਿਲੇ, ਜਾਂ ਫਿਰ ਮਜ਼ਹਬੀ ਤਵੱਸਬ ਦਾ ਕਾਰਨ ਬਣ ਗਿਆ ਧਾਰਮਿਕ ਗਿਆਨ, ਆਪਣੀ ਫਿਰਕੀ ਦੀ ਵਡਿਆਈ ਤੇ ਉਸ ਵਿੱਚ ਇਤਨੇ ਭੁੱਲ ਕੇ ਕਿ ਦੂਜਿਆਂ ਦੇ ਧਰਮਾਂ ਦੀ ਨਿਖੇਧੀ ਕਰਦੇ ਹਾਂ, ਇਸ ਨਾਲ ਮਜ਼ਹਬੀ ਤਵੱਸਬ ਵੱਧ ਜਾਂਦਾ ਹੈ। ਸੋ ਇਹੋ ਜਿਹਾ ਇਸਤੇਮਾਲ ਹੋ ਰਿਹਾ ਹੈ ਧਾਰਮਿਕ ਗਿਆਨ ਦਾ। ਪਰ ਜਿਵੇਂ ਕਾਲਜ ਦੀ ਪੜ੍ਹਾਈ ਲਈ ਮੈਟ੍ਰਿਕ ਦੀ ਪੜ੍ਹਾਈ ਲਾਜ਼ਮੀ ਹੈ, ਇਸੇ ਤਰ੍ਹਾਂ ਅਨੁਭਵੀ ਤਤ ਗਿਆਨ ਦੀ ਪ੍ਰਾਪਤੀ ਲਈ ਪਹਿਲਾਂ ਧਾਰਮਿਕ ਗਿਆਨ ਹੋਣਾ ਲਾਜ਼ਮੀ ਹੈ, ਕਿਉਂਕਿ ਸਹੀ ਜੀਵਨ ਸੇਧ ਹੋਏਗੀ ਤਾਂ ਹੀ ਅਨੁਭਵੀ ਤਤ ਗਿਆਨ ਦੀ ਪ੍ਰਾਪਤੀ ਹੋ ਸਕੇਗੀ। ਸੋ ਧਾਰਮਿਕ ਗਿਆਨ ਵੀ ਲਾਜ਼ਮੀ ਹੈ, ਪਰ ਇਸ ਦਾ ਸਹੀ ਇਸਤੇਮਾਲ। ਪਰ ਅਸੀਂ ਧਾਰਮਿਕ ਗਿਆਨ ਨੂੰ ਹੀ ਪੂਰਨਤਾ, ਸ਼ਿਖਰ ਅਥਵਾ ਮੰਜ਼ਿਲ ਸਮਝੀ ਬੈਠੇ ਹਾਂ ਤੇ ਇਸੇ ਵਿੱਚ ਮਸਤ ਜਾਂ ਗਲਤਾਨ ਹੋਏ ਬੈਠੇ ਹਾਂ। ਤ੍ਰੈ ਗੁਣ ਪੜ੍ਹੇ ਹਰ ਏਕ ਨਾ ਜਾਣੈ, ਬਿਨ ਬੂਝੈ ਦੁਖ ਪਾਵਣੇ। ਪੜ੍ਹੇ ਮਨਮੁਖ ਪਰ ਬਿਦ ਨਹੀਂ ਜਾਣਾ, ਨਾਮ ਨਾ ਬੂਝੈ ਪਰਮ ਭੁਲਾਨਾ। ਸੋ ਦੋ ਤਰ੍ਹਾਂ ਦੇ ਗਿਆਨ ਦਾ ਜ਼ਿਕਰ ਕੀਤਾ, ਮਾਇਕੀ ਗਿਆਨ ਤੇ ਧਾਰਮਿਕ। ਤੀਸਰਾ ਸੀ ਅਨੁਭਵੀ ਤਤ ਗਿਆਨ। ਇਹ ਆਤਮਿਕ ਅਨੁਭਵੀ ਤਤ ਗਿਆਨ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਤਸੰਗਤ ਵਿੱਚ ਸੇਵਾ ਸਿਮਰਨ ਕਰਨ ਨਾਲ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਫਿਰ ਦੁਹਰਾ ਦਈਏ ਕਿ ਇਹ ਅਨੁਭਵੀ ਤਤ ਗਿਆਨ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਤਸੰਗਤ ਵਿੱਚ ਸੇਵਾ ਅਤੇ ਸਿਮਰਨ ਕਰਨ ਨਾਲ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ-ਜਿਉਂ ਉਹ ਵਧਾਈ ਹੈ, ਤਿਉਂ-ਤਿਉਂ ਹਰਸਿਉ ਰੰਗ। ਹਾਂਜੀ, ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ-ਜਿਉਂ ਉਹ ਵਧਾਈ ਹੈ, ਤਿਉਂ-ਤਿਉਂ ਹਰਸਿਉ ਰੰਗ। ਹਰ ਸਿਮਰਤ ਪੂਰਨ ਪਦ ਪਾਇਆ, ਸਾਧ ਸੰਗ ਪੈ ਭਰਮ ਮਿਟਾਇਆ। ਗੁਰਬਾਣੀ ਵਿਚਾਰ ਲੇਖ ਨੰਬਰ 124, ਸਿਮਰਨ ਭਾਗ 15। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਸਿਮਰਨ ਦੇ ਜ਼ਰੂਰੀ ਵਿਸ਼ੇ ਤੇ ਗੁਰਮੁਖ ਪਿਆਰੇ ਬਾਊ ਜੀ ਉਹਨਾਂ ਨੇ 16 ਲੇਖ ਲਿਖੇ ਹਨ, ਜਿਸ ਵਿੱਚੋਂ 15ਵਾਂ ਭਾਗ ਨਮੂਨੇ ਮਾਤਰ ਆਪ ਜੀ ਦੇ ਸਾਹਮਣੇ ਰੱਖਿਆ ਗਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।